अल्लाहुम्मा सल्ली वसल्लिम अला नबीना मुहम्मद। ਤੁਹਾਡਾ ਆਪਣਾ ਵੀ ਡਾਕਟਰ ਮੁਸਤਾਰ ਮੈਂ ਤੁਹਾਨੂੰ ਆਪਣੇ ਚੈਨਲ ਖੁਸ਼ਾਮਦੀਦ ਕਹਿੰਦਾ। ਤੇ ਅੱਜ ਦੀ ਅਸੀਂ ਗੱਲ ਕਰਾਂਗੇ ਡੇਅਰੀ ਫਾਰਮ ਦੇ ਵਿੱਚ ਜਾਂ ਵਾੜੇ ਦੇ ਵਿੱਚ ਛੋਟੇ ਲੈਵਲ ਤੇ ਹੋਏ ਜਾਂ ਵੱਡੇ ਲੈਵਲ ਤੇ ਹੋਏ, ਮੱਝਾਂ ਥੋੜੀਆਂ ਹੋਣ ਜਾਂ ਗਾਵਾਂ ਹੋਣ, ਜੇ ਤੁਹਾਡੀ ਗਾਂ ਮੱਝ ਗੱਭਣ ਨਾ ਹੋਏ, ਬੱਚੇ ਨਹੀਂ ਦੇਗੀ ਤੇ ਅਗਲੀ ਨਸਲ ਨਹੀਂ ਆਏਗੀ। ਅਗਲੀ ਨਸਲ ਨਹੀਂ ਆਏਗੀ ਤੇ ਤੁਸੀਂ ਲਿਮਿਟਡ ਹੋ ਕੇ ਰਹਿ ਜਾਓਗੇ, ਤੁਹਾਡਾ ਕਾਰੋਬਾਰ ਅੱਗੇ ਨਹੀਂ ਵੱਧਦਾ, ਖੁਸ਼ਹਾਲੀ ਨਹੀਂ ਆਉਂਦੀ। ਤੇ ਜਾਨਵਰ ਨੂੰ ਗੱਭਣ ਕਰਨ ਵਾਸਤੇ ਸਭ ਤੋਂ ਵੱਡਾ ਜਿਹੜਾ ਕੰਮ ਹੈ ਉਹ ਜਾਨਵਰ ਦੀ ਜਿਹੜੀ ਹੈ ਹੀਟ ਹੈ ਡਿਟੈਕਟ ਕਰਨਾ। ਆਇਆ ਜਾਨਵਰ ਬੋਲੇਗਾ ਕਿ ਨਹੀਂ ਹੈ, ਅੰਦਰੋਂ ਠੀਕ ਹੈ ਜਾਂ ਨਹੀਂ ਹੈ, ਉਹਦੀ ਜਿਹੜੀ ਡਿਸਚਾਰਜ ਜਿਹੜੀਆਂ ਤਾਰਾਂ ਨਾੜੇ ਕਰਦਾ ਪਿਆ ਜਾਨਵਰ, ਉਹ ਬਿਲਕੁਲ ਸ਼ੀਸ਼ੇ ਵਰਗੇ ਤੇ ਸਾਫ਼ ਹੋਣੇ ਚਾਹੀਦੇ ਨੇ। ਇੱਕ ਗੱਲ ਹੋ ਗਈ। ਤੇ ਦੂਸਰੀ ਗੱਲ ਹੈ ਤੁਹਾਡੇ ਜਾਨਵਰ ਦੀ ਬਾਡੀ ਕੰਡੀਸ਼ਨ ਸਕੋਰ, ਜਿਹਨੂੰ ਅਸੀਂ ਕਹਿੰਦੇ ਹਾਂ BCS, ਬਾਡੀ ਕੰਡੀਸ਼ਨ ਸਕੋਰ। ਇਟ ਮੀਨ ਪੱਟਾਂ 'ਤੇ ਕੋਈ ਮਾਸ ਹੋਣਾ ਚਾਹੀਦਾ, ਜਾਨ ਹੋਣੀ ਚਾਹੀਦੀ ਹੈ, ਮੱਝ ਗਾਂ ਦੇ ਉੱਤੇ ਬੋਟੀਆਂ ਹੋਣੀਆਂ ਚਾਹੀਦੀਆਂ। ਇਹ ਹੋਏਗਾ ਤੇ ਫਿਰ ਜਾਨਵਰ ਤੁਹਾਡਾ ਗੱਭਣ ਵੀ ਹੋਏਗਾ ਇਨਸ਼ਾਅੱਲਾ। ਤੇ ਜਾਨਵਰ ਦਾ ਸਿਹਤਮੰਦ ਹੋਣਾ, ਅੰਦਰੋਂ ਠੀਕ ਹੋਣਾ, ਪਹਿਲੀ ਗੱਲ। ਦੂਸਰੀ ਬਾਡੀ ਕੰਡੀਸ਼ਨ ਸਕੋਰ। ਤੀਸਰੀ ਗੱਲ ਹੈ ਜਿਹੜੀ ਰੂਮਨ ਹੈ ਉਹ ਜਿਹੜੀ ਹੈ ਉਹਦੀ pH ਦਾ ਨਾਰਮਲ ਹੋਣਾ, ਨਿਊਟਰਲ ਹੋਣਾ, ਉਹ ਬਹੁਤ ਜ਼ਰੂਰੀ ਹੈ। ਲੈਕਟਿਕ ਐਸਿਡੋਸਿਸ ਜਾਂ ਅਲਕਲੋਸਿਸ ਹੋਏਗੀ, ਜਾਨਵਰ ਨੀਰਾ ਨਾਲ ਗੱਭਣ ਨਹੀਂ ਹੋਣਾ, ਉਹ ਫਿਰ ਖਾ ਜਾਏਗਾ। ਅਗਲੀ ਗੱਲ, ਜਿਹੜਾ ਖੂਨ ਹੈ ਬਲੱਡ, ਉਹਦੇ ਵਿੱਚ ਗਲੂਕੋਜ਼ ਦਾ ਲੈਵਲ 60 ਤੋਂ 70 ਜਿਹੜਾ ਹੈ ਗ੍ਰਾਮ ਹੋਣਾ, ਮਿਲੀਗ੍ਰਾਮ ਪਰ 100 ml ਆਫ ਜਿਹੜਾ ਬਲੱਡ ਹੈ, ਇਹ ਹੋਣਾ ਬਹੁਤ ਜ਼ਰੂਰੀ ਹੈ। ਵਿਟਾਮਿਨ ਦੀ ਕਮੀ ਨਾ ਹੋਏ, ਜਾਨਵਰ ਸਿਹਤਮੰਦ ਹੋਣਾ ਚਾਹੀਦਾ। ਫਿਰ ਜਿਸ ਟਾਈਮ ਅੰਦਰ ਹੱਥ ਪਾ ਕੇ ਵੇਖਣਾ ਹੈ ਤੇ ਇੱਕ ਤਾਂ ਸਰਵੈਕਸ ਬਿਲਕੁਲ ਸਿੱਧੀ ਹੋਣੀ ਚਾਹੀਦੀ ਹੈ। ਸਰਵੈਕਸ ਬਸਾਕਾਤੀ ਹੁੰਦੀ ਹੈ, ਉਹ ਮੁੜ ਜਾਂਦੀ ਹੈ। ਉਹ ਰਾੜ ਅਸੀਂ ਇੱਥੇ ਲੈ ਕੇ ਜਾਣੇ ਆ, ਉਹ ਥੱਲੇ ਮੂੰਹ ਜਿਹੜਾ ਬੰਦ ਹੁੰਦਾ, ਫਿਰ ਵੀ ਜਾਨਵਰ ਨੇ ਫਿਰ ਜਾਣਾ। ਅਗਲੀ ਗੱਲ, ਜਿਹੜੀ ਯੂਟਰਸ ਹੈ, ਯੂਟਰਸ ਅੰਦਰੋਂ ਉਹ ਬਿਲਕੁਲ ਨਾਰਮਲ ਹੋਣੀ ਚਾਹੀਦੀ ਹੈ, ਸਿਹਤਮੰਦ ਹੋਣੀ ਚਾਹੀਦੀ ਹੈ, ਟੋਨ ਹੋਣੀ ਚਾਹੀਦੀ ਹੈ। ਤੇ ਜਿਹੜੇ ਰਾਈਟ ਐਂਡ ਲੈਫਟ ਹਾਰਨ ਨੇ ਉਹ ਬਿਲਕੁਲ ਫਸਟ ਕਲਾਸ A1 ਹੋਣੇ ਚਾਹੀਦੇ ਨੇ। ਤੇ ਫਿਲੋਪੀਨ ਟਿਊਬ ਜਿਹੜੀ ਬਰੀਕ ਜੀ ਨਾਲੀ ਆਉਂਦੀ ਪਈ ਹੈ, 3 ਹਿੱਸੇ ਨੇ ਉਹਦੇ, ਤਿੰਨਾਂ 'ਚੋਂ ਇੱਕ ਦੇ ਵਿੱਚ ਵੀ ਡਿਫੈਕਟ ਹੋਏਗਾ, ਸਾਲਪਿਨਜਾਈਟਸ, ਅਗਰ ਉਹ ਹੋਏਗਾ ਤਾਂ ਵੀ ਜਾਨਵਰ ਗੱਭਣ ਨਹੀਂ ਹੁੰਦਾ। ਤੇ ਸਭ ਤੋਂ ਵੱਡਾ ਜਿਹੜਾ ਮੈਂ ਵੇਖਿਆ ਰੋਗ ਮੱਝਾਂ ਗਾਵਾਂ ਦੇ ਵਿੱਚ ਜਿਹੜੀਆਂ ਬਾਰ-ਬਾਰ ਫੇਰ ਖਾਂਦੀਆਂ ਨੇ, ਸੱਜੀ ਤੇ ਖੱਬੀ ਜਿਹੜੀ ਓਵਰੀ ਹੈ, ਬੈਜ਼ਾਦਾਨੀ, ਅਗਰ ਉਹਦੇ ਉੱਤੇ ਸਿਸਟ ਚੜ ਜਾਂਦੀ, ਕਵਰ ਚੜ ਜਾਂਦਾ, ਐਡੀ ਮੋਟੀ ਹੋ ਜਾਂਦੀ ਹੈ, ਉਹ ਜਾਨਵਰ ਹਰ 10ਵੇਂ ਦਿਨ ਜਨਾਬ ਜੀ ਉਹਨੇ ਅੜਾਂ ਜਿਹੜੀ ਆ ਉਹ ਚੁੱਕੀ ਹੁੰਦੀ ਹੈ, ਉਹ ਹੁਣ ਪੂਰੇ ਜਿਹੜਾ ਫਾਰਮ ਨੂੰ ਚੁੱਕਿਆ ਹੁੰਦਾ, ਆਵਾਜ਼ਾਂ ਦਿੰਦਾ, ਜਾਨਵਰ ਦੇ ਉੱਤੇ ਟੱਪਦਾ, ਉਹ ਜਾਨਵਰ ਬਾਰ-ਬਾਰ ਫੇਰ ਖਾਂਦਾ। ਤੇ ਇਹ ਸਾਰੀਆਂ ਗੱਲਾਂ 'ਚ ਇੱਕ ਗੱਲ ਵੀ ਹੋਈ ਤੇ ਜਾਨਵਰ ਵਿਚਾਰਾ ਗੱਭਣ ਨਹੀਂ ਹੁੰਦਾ, ਮਾਲਕ ਪਰੇਸ਼ਾਨ, ਜਾਨਵਰ ਆਪੇ ਪਰੇਸ਼ਾਨ, ਉਹ ਖਰਚਾ ਕਰਦਾ ਰਹਿੰਦਾ, ਮਾਲਕ ਚੰਗੇ ਪੱਠੇ ਪਾਉਂਦਾ, ਖਲ ਵੜੇਵੇਂ ਪਾਉਂਦਾ, ਉਹ ਜਦੋਂ ਕੈਲਕੂਲੇਸ਼ਨ ਕਰਦਾ ਮੈਨੂੰ ਕੀ ਲੱਭਾ, ਉਹ ਫਿਰ ਵਿਚਾਰਾ ਡਿਸਹਾਰਟ ਹੋ ਜਾਂਦਾ, ਕਿਉਂਕਿ ਬੜੇ ਪਿਆਰ ਨਾਲ ਬੜੀ ਸ਼ੌਕਤ ਨਾਲ ਉਹ ਲੈ ਕੇ ਆਉਂਦਾ ਜਾਨਵਰ, ਉਹ ਗੱਭਣ ਹੁੰਦੇ ਕੋਈ ਨਹੀਂ, ਤੇ ਫਿਰ ਉਹ ਡਿਸਹਾਰਟ ਹੋ ਜਾਂਦਾ। ਤੇ ਲਓ ਜੀ ਹੁਣ ਚੱਲੀਏ ਗਾਂ ਦੇ ਕੋਲ। ਤੇ ਉਹ ਜਿਹੜੀ ਗਾਂ ਵੇਖਦੇ ਪਏ ਜੇ ਇਹ ਆਈ ਦੀ ਹੈ ਬਹਾਰ 'ਚ, ਗਰਮੀ 'ਚ, ਤੇ ਹੁਣ ਅਸੀਂ ਇਹਨੂੰ ਕਰਨਾ ਚੈੱਕ। ਪਹਿਲਾਂ ਚੈੱਕ ਕਰਾਂਗੇ ਆਇਆ ਵਾਕਈ ਇਹ ਬੋਲੀ ਦੀ ਵੀ ਹੈ ਕਿ ਨਹੀਂ ਹੈ, ਕਿਉਂਕਿ ਜੇ ਜਾਨਵਰ ਬੋਲੇ ਦਾ ਨਾ ਹੋਏ, ਤੁਸੀਂ ਟੀਕਾ ਰੱਖ ਦਿਓ ਤੇ ਫਿਰ ਫਾਇਦਾ ਕੋਈ, ਜਾਨਵਰ ਨੂੰ ਉਹ ਐਵੇਂ ਤੰਗ ਕਰਨ ਵਾਲੀ ਗੱਲ ਹੈ। ਤੇ ਪਹਿਲਾਂ ਚੈੱਕ ਕਰ ਲਈਏ ਜੀ, ਰਾੜ ਕ੍ਰਾਸ ਕਰਨ ਤੋਂ ਪਹਿਲਾਂ ਬਿਸਮਿਲ੍ਲਾ। ਤੇ ਇਹ ਜਨਾਬ ਜੀ ਸਰੋਂ ਦਾ ਤੇਲ ਲੈ ਲਿਆ ਸੀ ਤਾਂ ਕਿ ਜਾਨਵਰ ਜਿਹੜਾ ਉਹ ਸਾਡਾ ਹੱਥ ਜਿਹੜਾ ਆਰਾਮ ਨਾਲ ਸਲਿਪ ਹੋ ਜਾਏ, ਜਾਨਵਰ ਨੂੰ ਤਕਲੀਫ ਨਾ ਹੋਵੇ। ਆ ਜਾ ਵੀ ਘੋੜੀ ਤੇ ਇਹ ਕਾਫੀ ਅਥਰੀ ਹੈ ਜੀ, ਹੱਥ ਲਾ ਨਹੀਂ ਦਿੰਦੀ। ਉਹ ਜਾਨਵਰ ਬੜੇ ਹੀ ਪਿਆਰ ਹੈ, ਵੇਖ ਰਹੇ ਜਨਾਬ, ਇਸ ਤਰ੍ਹਾਂ ਨਹੀਂ ਹੁੰਦਾ। ਇਹੋ ਜਿਹਾ ਜਾਨਵਰ ਹੈ, ਉਹਦੇ ਕੋਲ ਬਚ ਕੇ ਕੰਮ ਕਰਨਾ ਹੁੰਦਾ। ਬਿਸਮਿਲ੍ਲਾ ਸ਼ੁਕਰਾਨੀ सर्च करो कि टीका लग रहा है चोरियां जाती सी उन्होंने आपका है रोज करती रहती है। पूछो कभी तुसी किने गब्बड़ छपण टीका रखांदे सी कि ये आज इस नस्ल के हिसाब नाल जेड़ा ना यूट्यूब ते देखो भी ये ना टीका ਕਿਹੜਾ ਸਹੀ ਮੁਆਫਕ ਹੈ। ਜਾਨਵਰ ਦੇ ਸਾਰੇ ਪਿਛਲੇ ਜਿਹੜੇ ਅਜ਼ਾ ਨੇ, ਅਸੀਂ ਜੇ ਪੁੱਠੇ ਪਾਸੇ ਸ਼ੁਰੂ ਕਰੀਏ, ਅਗਲੇ ਪਾਸੇ ਮੁੜ ਕੇ ਪਿੱਛੇ ਆਈਏ, ਓਵਰੀ, ਫਲੋਪੀਨ ਟਿਊਬ, ਰਾਈਟ ਐਂਡ ਲੈਫਟ ਹਾਰਨ, ਬਾਡੀ ਆਫ ਦ ਯੂਟਰਸ, ਇੱਥੋਂ ਤੱਕ ਕੰਮ ਠੀਕ ਹੈ। ਲੇਕਿਨ ਆਸ ਆਫ ਦੀ ਸਰਵੈਕਸ,
ਜਿਹੜੇ ਉਹਦੇ ਰਿੰਗ ਨੇ ਨਾ ਉਹ ਇਸ ਤਰ੍ਹਾਂ ਬਣ ਜਾਂਦੇ ਨੇ, ਮੋਟੇ ਹੋ ਜਾਂਦੇ ਨੇ ਕਿ ਉਹ ਫਿਰ ਜਿਹੜਾ ਹੈ ਕੰਮ ਕਰਨਾ, ਰਾਡ ਕ੍ਰਾਸ ਕਰਨ 'ਚ ਬੜਾ ਔਖਾ ਹੋ ਜਾਂਦਾ ਕੰਮ। ਲੇਕਿਨ ਇਹ ਬੋਲੀ ਦੀ ਹੈ ਤੇ ਅਸੀਂ ਇਨਸ਼ਾਅੱਲਾ ਇਹਨੂੰ ਟੀਕਾ ਰੱਖਣੇ ਆ ਤੇ ਧੋਣੇ ਦੁਆਵਾਂ ਚਾਹੀਦੀਆਂ, ਕਿਉਂਕਿ ਪਹਿਲਾਂ ਵੀ ਕਈ ਦਫਾ ਇਹ ਵਿਚਾਰੀ ਜਿਹੜੀ ਹੈ ਇਹ ਬੋਲ ਚੁੱਕੀ ਹੈ ਤੇ ਮਾਲਕ ਵਿਚਾਰੇ ਜਿਹੜੇ ਨੇ ਉਹਨਾਂ ਨੇ ਵੀ ਬੜੀ ਕੋਸ਼ਿਸ਼ ਕੀਤੀ ਹੈ, ਉਹ ਵੀ ਕਹਿੰਦੇ ਨੇ ਇਨਸ਼ਾਅੱਲਾ ਇਹਨੂੰ ਗੱਬਨ ਕਰਕੇ ਛੱਡਣਾ ਹੈ। ਤੇ ਲਓ ਜੀ ਹੁਣ ਅਸੀਂ ਬਣਾਈਏ ਟੀਕਾ। ਤੇ ਇਹ ਲੈ ਲਿਆ ਮੈਂ ਪਾਣੀ ਨੀਮ ਗਰਮ, ਓਕੇ। ਲੇਕਿਨ ਮੈਂ ਇਹਦਾ ਹੁਣ ਪਹਿਲਾਂ ਟੈਂਪਰੇਚਰ ਚੈੱਕ ਕਰਾਂਗਾ ਕਿ ਆਇਆ ਵਾਕਈ ਇਹ ਠੀਕ ਹੈ ਜਾਂ ਇਹਦਾ ਟੈਂਪਰੇਚਰ ਜੇ ਘੱਟ ਹੋਏਗਾ ਫਾਇਦਾ ਕੋਈ ਨਹੀਂ। ਜੇ ਇਹ ਲੈ ਲਿਆ ਜੀ ਥਰਮਾਮੀਟਰ, ਇਹਦਾ 97 ਤੱਕ ਅਸੀਂ ਜਿਹੜੇ ਨੇ ਇਹ ਪਾਣੀ 'ਚ ਡੋਬ ਕੇ ਅਸੀਂ ਚੈੱਕ ਕਰ ਲਾਂਗੇ ਪਹਿਲਾਂ ਜੀ। ਪਾਣੀ ਦਾ ਟੈਂਪਰੇਚਰ ਜਿਹੜਾ ਉਹ 103.5 ਤੇ ਜਾ ਰਿਹਾ। ਇਹਦਾ ਮਤਲਬ ਹੈ ਕਿ ਇੰਨੇ ਵਾਰ ਅਸੀਂ ਕੰਮ ਕਰਾਂਗੇ ਤੇ ਸੀਮਨ ਤੇ ਇੱਥੇ ਮਰ ਜਾਣਾ, ਇੱਥੇ ਡੈਡ ਹੋ ਜਾਏਗਾ। ਉਹ ਫਿਰ ਟੀਕਾ ਰੱਖਣ ਦਾ, ਸੀਮਨ ਰੱਖਣ ਦਾ ਫਾਇਦਾ ਕੋਈ ਨਹੀਂ। ਇਹ 'ਚ ਪਹਿਲਾਂ ਥੋੜ੍ਹਾ ਠੰਡਾ ਪਾਣੀ ਕਰਾਂਗੇ, 97 ਤੇ ਦਾ ਟੈਂਪਰੇਚਰ ਲੈ ਕੇ ਆਵਾਂਗੇ ਤੇ ਫਿਰ ਜਿਹੜਾ ਜੀ ਇਨਸ਼ਾਅੱਲਾ ਇਹ ਕਰਨੇ ਆ ਜੀ। ਤੇ ਲਓ ਜੀ ਟੈਂਪਰੇਚਰ ਅਸੀਂ ਹੁਣ ਦਾ ਨਾਰਮਲ ਕਰ ਲਿਆ, ਜਿੰਨਾ 97 ਹੋਣਾ ਚਾਹੀਦਾ ਸੀ। ਤੇ ਹੁਣ ਮੈਂ ਕੱਢਾਂ ਜੀ ਟੀਕਾ ਇਹਦੇ ਵਿੱਚੋਂ ਵਧੀਆ। ਤੇ ਜੇ ਗੱਲ ਕਰੀਏ ਪਾਕਿਸਤਾਨ ਦੀਆਂ ਦੇਸੀ ਨਸਲਾਂ ਜਿਹੜੀਆਂ, ਇੱਕ ਚੋਲਸਤਾਨੀ ਤੇ ਦੂਸਰੀ ਹੈ ਸਾਹੀਵਾਲ। ਤੇ ਸਾਹੀਵਾਲ ਦਾ ਤੇ ਮੈਂ ਕਹਿੰਦਾ ਉਹਦੇ ਦਾ ਜੋੜ ਹੀ ਕੋਈ ਨਹੀਂ। ਨੰਬਰ 1 ਇਹਦੇ ਵਿੱਚ ਅੱਲਾਹ ਪਾਕ ਨੇ ਐਸੀ ਖਸਾਇਤ ਰੱਖੀ ਹੈ ਕਿ ਇਹ ਆਪਣੀ ਜਿਲਦ ਨੂੰ, ਆਪਣੀ ਖਾਲ ਨੂੰ ਇੰਨਾ ਕੁ ਹਿਲਾਉਂਦੀ ਹੈ ਕਿ ਮੱਖੀ ਨਹੀਂ ਬਹਿਣ ਦਿੰਦੀ, ਚੀਚੜ ਇਹਨੂੰ ਨਹੀਂ ਪੈਂਦੇ, ਜੂਆਂ ਇਹਨੂੰ ਨਹੀਂ ਪੈਂਦੀਆਂ। ਤੇ ਜਿੰਨਾ ਮਰਜ਼ੀ ਬਾਹਰ ਦਾ ਟੈਂਪਰੇਚਰ ਹੋਏ, ਗਰਮੀਆਂ ਹੋਣ ਸਰਦੀਆਂ ਹੋਣ, ਇਹਦੇ ਵਿੱਚ ਕੁਦਰਤੀ ਤੌਰ ਤੇ ਰੈਜ਼ਿਸਟੈਂਸ ਮੌਜੂਦ ਹੈ, ਕੁਵਤ ਮਦਾਫਤ ਮੌਜੂਦ ਹੈ। ਤੇ ਇਹਨੂੰ ਜੇ ਅਸੀਂ ਹੁਣ ਉਹ ਟੀਕਾ ਰੱਖਣ ਲੱਗੇ ਹਾਂ ਤੇ ਇਹ ਜੀ ਟੀਕਾ ਲਿਆ ਮੈਂ ਕੱਢ। ਤੇ ਇਹ ਜਨਾਬ ਜੀ ਨਵੀਂ ਸ਼ੀਟ ਲੈ ਲਈ ਅਸੀਂ। ਤੇ 30 ਸੈਕਿੰਡ ਤੋਂ ਬਾਅਦ ਅਸੀਂ ਜਿਹੜਾ ਸੀਮਨ ਹੈ ਜਿਸ ਨੂੰ ਥਾਇੰਗ ਹੋ ਜਾਏਗੀ ਫਿਰ ਉਹਨੂੰ ਕੱਢ ਲਾਂਗੇ ਜੀ। ਲਓ ਜੀ ਇਹ ਜਨਾਬ ਜੀ ਸੀਮਨ ਜਿਹੜਾ ਅਸੀਂ ਲੈ ਲਿਆ ਤੇ ਇਹਦੇ ਉੱਤੇ ਇੱਕ ਕਤਰਾ ਵੀ, ਇਹਦੀ ਜਿਹੜੀ ਟਿਪ ਹੈ ਜੇ ਤੁਸੀਂ ਕੱਟਣਾ ਹੈ, ਅਗਰ ਇੱਕ ਕਤਰਾ ਵੀ ਵਿੱਚ ਚਲ ਗਿਆ ਤੇ ਸਾਰਾ ਸੀਮਨ ਜਿਹੜਾ ਉਹ ਮਰ ਜਾਏਗਾ। ਤੇ ਸਾਰਾ ਤੁਸੀਂ ਸਾਫ਼ ਕਰ ਲੈਣਾ, ਪਾਣੀ ਦਾ ਇੱਕ ਕਤਰਾ ਵੀ ਵਿੱਚ ਨਹੀਂ ਜਾਣਾ ਚਾਹੀਦਾ। ਤੇ ਇਹ ਲਓ ਜੀ ਕੱਟ ਲਿਆ ਇੱਕ ਐਂਡ ਅਸੀਂ। ਬਿਸਮਿਲ੍ਲਾ। ਜਾਨਵਰ ਨੂੰ ਗੱਭਣ ਕਰਨ ਵਾਸਤੇ ਇੱਕ ਤੇ ਜਾਨਵਰ ਦਾ ਠੀਕ ਹੋਣਾ ਉਹ ਬਹੁਤ ਜ਼ਰੂਰੀ ਹੈ। ਨੰਬਰ 2 ਜਾਨਵਰ ਦੀ ਹੀਟ ਡਿਟੈਕਟ ਕਰਨਾ ਬਹੁਤ ਜ਼ਰੂਰੀ ਹੈ। ਨੰਬਰ 3 ਸਭ ਤੋਂ ਵੱਡੀ ਗੱਲ ਹੈ ਜਿਹੜਾ ਅਸੀਂ ਟੀਕਾ ਰੱਖੇ ਕਰਨੇ ਆ, ਸੀਮਨ ਦਾ ਜ਼ਿੰਦਾ ਹੋਣਾ, ਉਹ ਸਭ ਤੋਂ ਵੱਡੀ ਗੱਲ ਹੈ। ਇੱਕ ਫੈਕਟਰ ਵੀ ਜਿਹੜਾ ਇਹ 'ਚ ਨਹੀਂ ਹੋਏਗਾ ਤੇ ਜਾਨਵਰ ਗੱਭਣ ਨਹੀਂ ਹੁੰਦਾ। ਤੇ ਚਲਿਏ ਜੀ ਹੁਣ ਗਾਂ ਦੇ ਕੋਲ ਆ ਪੁੱਛ ਲਓ, ਫੜੋ ਜੀ ਭਾਜੀ ਡਰਾ ਕੇ ਅੱਲਾਹੁ ਅਕਬਰ। ਉਹ ਤੇ ਡਰਾ ਕੇ ਰੱਖਿਆ ਮਾਰ ਦੇ ਤੂੰ ਆ ਆਇਆ ਯਾਰ ਉਹ ਥੋੜੀ ਡਰਾ ਕੇ ਰੱਖੀ ਤੁਸੀਂ ਸਿਰਫ ਡਰਾਉਣਾ ਹੈ ਕਿ ਵੱਡੇ ਮੂੰਹ ਵਾਲ ਬਾਹਰ ਇਹਨੂੰ ਖਾਂਦੀ ਹੈ। ਦੇਖੋ ਅੱਲਾ ਨੇ ਕਿਹਾ ਇਨਸਾਨ ਨੂੰ ਉਹ ਲੱਗ ਗਿਆ ਤੁਹਾਡੇ ਵਿੱਚ 14 ਕਰੋੜ ਹੀ ਅੰਦਰ ਚਲੇ ਜਾਂਦੇ ਤਾਂ ਕੀ ਹੋ ਗਿਆ ਹਾਲ। ਇੱਕ ਹੀ ਜਗ੍ਹਾ ਅੰਡੇ ਦੇ ਵਿੱਚ ਜਗ੍ਹਾ ਬਣਾ ਕੇ ਇੱਕ ਹੀ ਜਗ੍ਹਾ ਹੋ ਜਾਣਾ, ਅੱਗੇ ਨਿਕਲ ਜਾਣਾ, ਗਰੋਥ ਨਹੀਂ ਸ਼ੁਰੂ ਬਾਕੀ ਜ਼ਾਇਆ ਜਿੱਤੇ ਤਰੀਕੇ ਨਾਲ ਜਾਨਵਰ ਮਿਲਦਾ ਹੈ ਨਾ ਉਦੋਂ ਕੋਈ ਸੀਰਮ ਬਹੁਤ ਜਾਂਦਾ। ਠੀਕ ਹੈ, ਕੁਝ ਜਾਨਵਰ ਆਰਾਮ ਨਾਲ ਖਲੋਤੇ ਰਹਿੰਦੇ ਨੇ, ਕੁਝ ਇੰਨੇ ਔਤਰੇ ਹੁੰਦੇ ਨੇ ਕਿ ਉਹ ਜਨਾਬ ਪੂਰੇ ਟੱਬਰ ਨੂੰ ਅੱਗੇ ਲਾਇਆ ਹੁੰਦਾ। ਕੋਈ ਡਾਂਗ ਲਾ ਕੇ ਖਲੋਤਾ ਹੈ ਤੇ ਕੋਈ ਕਿਸੇ ਨੇ ਵੰਗਾ ਪਾਇਆ ਤੇ ਇਹਦਾ ਹਿਸਾਬ ਹੈ ਕਿ ਕਿਹੜੇ ਬੰਦੇ ਜਿਹੜੇ ਨੇ। ਬਿਸਮਿਲ੍ਲਾ ਉਹ ਸ਼ਾਫੀ ਲਓ ਜੀ। Opa, tá chegando aqui, né? पहला रिंग माशाल्लाह क्रॉस हो गया जी, दूसरा क्रॉस हो गया, तीसरा भी हो गया। ये माशाल्लाह हो गई है बॉडी आपकी यूट्रस चला गया माशाल्लाह। अल्लाह अकबर।
ਲਓ ਜੀ, ਕੰਮ ਹੋ ਗਿਆ ਤੇ ਹੁਣ ਫਿਰ ਚੈੱਕ ਕਰਾਂਗੇ ਇਹਦਾ ਜਿਹੜਾ ਸੀਮਨ ਸੀ ਉਹ ਯੂਟਰਸ 'ਚ ਗਿਆ ਜਾਂ ਵਾਪਸ ਆ ਗਿਆ। ਇਹ ਜੀ ਮੈਂ ਤੁਹਾਨੂੰ ਵਿਖਾ ਰਿਹਾ ਜੀ, ਮਾਸ਼ਾਅੱਲਾ ਪੂਰਾ ਦਾ ਪੂਰਾ ਜਿਹੜਾ ਸੀਮਨ ਸੀ ਐਸਾ ਟਰਾ ਸਾਰਾ ਖਾਲੀ ਹੋ ਗਿਆ, ਸਾਰਾ ਸੀਮਨ ਚਲਾ ਗਿਆ ਯੂਟਰਸ ਦੇ ਵਿੱਚ। ਐਂਡ ਆਫਟਰ 45 ਡੇਜ਼ ਵੀ ਵਿਲ ਚੈੱਕ ਫਾਰ ਦੀ ਡਾਇਗਨੋਸਿਸ ਆਫ ਦੀ ਪ੍ਰੈਗਨੈਂਸੀ। 45 ਦਿਨਾਂ ਬਾਅਦ ਅਸੀਂ ਵੇਖਾਂਗੇ ਇਹ ਗੱਭਣ ਹੋਈ ਹੈ ਜਾਂ ਨਹੀਂ, ਤੇ ਉਨੀ ਦੇਰ ਤੱਕ ਸਾਨੂੰ ਇੰਤਜ਼ਾਰ ਕਰਨਾ ਪਏਗਾ। ਅੱਲਾਹ ਪਾਕ ਕਰਮ ਕਰੇ। ਤੇ ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤੇ ਮੈਂ ਉਮੀਦ ਕਰਨਾ ਤੁਸੀਂ ਇਹਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲੋਗੇ। ਅਸਲਾਮ ਅਲੈਕੁਮ ਵਰਹਿਮਤੁल्लाह।